ਪ੍ਰਾਊਡ ਸਿੱਖ ਐਂਟਰਪ੍ਰੀਨਿਓਰ ਦੇ ਅੱਜ ਦੇ ਸਫ਼ਰ ਵਿੱਚ ਸਾਡੇ ਨਾਲ ਹਨ ਸਰਦਾਰ ਅਮਰਦੀਪ ਸਿੰਘ ਜੀ, ਜੋ ਕਿ ਸਨਸ਼ਾਈਨ ਸੋਲਿਊਸ਼ਨਸ ਦੇ ਓਨਰ ਹਨ। ਮੋਸਕੀਟੋ ਮਸ਼ੀਨਸ ਇੰਪੋਰਟ ਕਰਦੇ ਹਨ। ਅਮਰਦੀਪ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ-ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਅਮਰਦੀਪ ਜੀ, ਤੁਹਾਡੀ ਪ੍ਰੋਫੈਸ਼ਨਲ ਲਾਈਫ ਦੀ ਸ਼ੁਰੂਆਤ ਕਿਵੇਂ ਹੋਈ, ਕਿਸ ਆਈਡੀਆ ਤੋਂ ਹੋਈ ਤੇ ਕਦੋਂ ਹੋਈ? ਇਸ ਤਰ੍ਹਾਂ ਜੀ, ਜਦ ਮੈਂ 25 ਸਾਲ ਪਹਿਲੇ ਜਦ ਮੈਂ ਗ੍ਰੈਜੂਏਸ਼ਨ ਕੀਤੀ ਦਿੱਲੀ ਯੂਨੀਵਰਸਿਟੀ ਤੋਂ, ਉਸ ਤੋਂ ਬਾਅਦ ਮੈਂ ਆਪਣਾ ਫੈਮਿਲੀ ਬਿਜ਼ਨਸ ਜੁਆਇਨ ਕੀਤਾ ਤੇ ਦੈਟ ਇਜ਼ ਆਫ ਕੰਸਟਰਕਸ਼ਨ। ਫਾਦਰ ਨਾਲ ਜੁਆਇਨ ਕੀਤਾ, ਆਪਣੇ ਐਲਡਰ ਬ੍ਰਦਰ ਨਾਲ ਜੁਆਇਨ ਕੀਤਾ। ਬਟ ਲੇਟਲੀ 8-10 ਸਾਲ ਪਹਿਲੇ ਸੋਚਿਆ ਕਿ ਕੁਝ ਅਲੱਗ ਕਰਨਾ ਚਾਹੀਦਾ ਹੈ। ਤੇ ਇੱਕ ਸਾਡੇ ਕਾਮਨ ਸਾਰਿਆਂ ਦੀ ਪ੍ਰੋਬਲਮ ਹੈ ਕਿ ਮੋਸਕੀਟੋ ਸਾਨੂੰ ਇਟਸ ਅ ਮੈਨੇਸ। ਡੇਂਗੂ ਦੀ ਸ਼ੁਰੂਆਤ ਹੋਈ ਸੀ, ਡੇਂਗੂ ਕਾਫੀ ਫੈਲ ਰਿਹਾ ਸੀ ਤੇ ਵੀ ਥਾਟ ਆਫ ਡੂਇੰਗ ਸਮਥਿੰਗ। ਤੇ ਉਹਦੇ 'ਚ ਫਿਰ ਸਰਚ ਕੀਤਾ ਆਨਲਾਈਨ ਕੀ ਹੋ ਸਕਦਾ ਹੈ, ਕੀ ਸੋਲੂਸ਼ਨ ਹੋ ਸਕਦਾ ਹੈ। ਤੇ ਦੈਨ ਵੀ ਕੇਮ ਅਕ੍ਰੋਸ ਸਮ ਮੈਨੂਫੈਕਚਰਰਸ ਇਨ ਜਰਮਨੀ ਜਿਹੜੇ ਕਿ ਮੋਸਕੀਟੋ ਮਸ਼ੀਨਸ ਬਣਾਉਂਦੇ ਨੇ। ਤੇ ਇਹ ਆਊਟਡੋਰ ਟਰੈਪ ਹੁੰਦਾ ਹੈ ਜਿੱਥੇ ਅਸੀਂ ਆਊਟਡੋਰ 'ਤੇ ਮੱਛਰਾਂ ਨੂੰ ਟਰੈਪ ਕਰਦੇ ਹਾਂ। ਸੋ ਦੈਟ ਵਾਜ਼ ਦਾ ਕੰਸੈਪਟ। ਸਾਨੂੰ ਅੱਛਾ ਲੱਗਿਆ। ਵੀ ਬੋਟ ਦਿਸ ਮਸ਼ੀਨਸ ਟੂ ਇੰਡੀਆ ਐਂਡ ਨਾਓ ਵੀ ਆਰ ਸੈਲਿੰਗ ਪੈਨ ਇੰਡੀਆ ਬੇਸਿਸ 'ਤੇ ਅਸੀਂ ਇਹਨੂੰ ਸੇਲ ਕਰ ਰਹੇ ਹਾਂ। ਤੇ ਇਟਸ ਅ ਗੁੱਡ ਜਰਨੀ। ਅੱਛਾ ਲੱਗ ਰਿਹਾ, ਸੈਟਿਸਫੈਕਸ਼ਨ ਹੋ ਰਹੀ ਹੈ ਕਿ ਵੀ ਆਰ ਗਿਵਿੰਗ ਬੈਕ ਟੂ ਦ ਸੋਸਾਇਟੀ, ਕਿਉਂਕਿ ਮੋਸਕੀਟੋ ਇੱਕ ਇਹੋ ਜਿਹਾ ਇਨਸੈਕਟ ਹੈ ਜਿਹੜਾ ਕਿ ਸਾਨੂੰ ਫਿਜ਼ੀਕਲੀ ਇਟ ਕੈਨ ਕਾਜ਼ ਅ ਪ੍ਰੋਬਲਮ। ਮਲੇਰੀਆ ਹੋ ਸਕਦਾ ਹੈ, ਡੇਂਗੂ ਹੋ ਸਕਦਾ ਹੈ, ਚਿਕਨਗੁਨੀਆ ਹੋ ਸਕਦਾ ਹੈ ਐਂਡ ਵੇਰੀਅਸ ਅਦਰ ਪ੍ਰੋਬਲਮਸ। ਸੋ ਉਹਨੂੰ ਐਲੀਮੀਨੇਟ ਕਰਕੇ ਜਦ ਕਸਟਮਰ ਦੀ ਫੇਸ 'ਤੇ ਸੈਟਿਸਫੈਕਸ਼ਨ ਨਜ਼ਰ ਆਉਂਦੀ ਹੈ ਤੇ ਇਟ ਲੁਕਸ ਵੈਰੀ ਨਾਈਸ। ਲੇਕਿਨ ਅਮਰਦੀਪ ਜੀ, ਇੱਕ ਜਮਾਇਆ ਕੰਮ ਤੁਹਾਨੂੰ ਮਿਲਿਆ। ਜ਼ਿਆਦਾਤਰ ਇਹ ਹੁੰਦਾ ਹੈ ਕਿ ਜੋ ਤੁਹਾਨੂੰ ਟਰਾਂਸਫਰ ਹੋ ਜਾਂਦਾ ਹੈ, ਯਾਨੀ ਆਪਾਂ ਕਹੀਏ ਕਿ ਜੋ ਸਾਡੇ ਪਿਤਾ ਜੀ ਕੰਮ ਕਰਦੇ ਸੀਗੇ ਤੇ ਉਹ ਇੱਕ ਸੈੱਟ ਕੰਮ ਹੁੰਦਾ ਹੈ ਤੇ ਅੱਗੇ ਉਹਨਾਂ ਨੂੰ ਜੋ ਬੇਟੇ ਹੈ ਉਹ ਅੱਗੇ ਸੰਭਾਲਦੇ ਨੇ। ਪਰ ਤੁਸੀਂ ਇੱਕਦਮ ਚੇਂਜ ਕਰਨ ਦਾ ਸੋਚਿਆ, ਤਾਂ ਉਦੋਂ ਸਟਰੈਂਥ ਕਿਸ ਤਰ੍ਹਾਂ ਆਈ, ਉਹ ਕਿੱਥੋਂ ਮਿਲੀ? ਉਹ ਬਸ ਜੀ ਸ਼ੁਰੂ ਤੋਂ ਹੀ ਕੁਝ ਕਰਨ ਦੀ ਇੱਛਾ ਸੀ ਕਿ ਆਪਣੇ ਦਮ 'ਤੇ ਕੁਝ ਕਰਨ ਦੀ ਇੱਛਾ ਸੀ। ਆਪਣਾ ਆਈਡੀਆ ਨਾਲੇ ਕੁਝ ਕਰਨ ਦੀ ਸੀਗੀ। ਨਾਲੇ ਆਈ ਵਾਂਟਡ ਟੂ ਗਿਵ ਸਮਥਿੰਗ ਵਿਚ ਕੈਨ ਜਨਰੇਟ ਅ ਰੈਵਨਿਊ ਆਲਸੋ, ਔਰ ਸੁਸਾਇਟੀ ਨੂੰ ਸਾਰਿਆਂ ਨੂੰ ਉਹਦੇ ਨਾਲ ਫਾਇਦਾ ਵੀ ਪਹੁੰਚੇ। ਤੇ ਇਸ ਤਰ੍ਹਾਂ ਦੀ ਮਸ਼ੀਨਸ ਹੈਗੀਆਂ ਨੇ ਜਿਹੜੀ ਕਿ ਇੰਡੀਆ 'ਚ ਮੈਨੂਫੈਕਚਰ ਨਹੀਂ ਹੁੰਦੀ, ਜਰਮਨੀ 'ਚ ਹੁੰਦੀਆਂ ਨੇ ਤੇ ਸਿਰਫ ਉਹੀ ਕੰਟਰੀ ਹੈ ਜਿਹੜੀ ਕਿ ਬਣਾਉਂਦੀ ਹੈ ਇਹਨੂੰ। ਸੋ ਬਸ ਇਹੀ ਸੋਚ ਕੇ ਕਿ ਵੀ ਸ਼ੁਡ ਗਿਵ ਸਮਥਿੰਗ ਬੈਕ ਟੂ ਦ ਸੋਸਾਇਟੀ ਆਲਸੋ। ਸੋ ਇਹੀ ਕਨਸੈਪਟ ਸੀ ਉਹਨੂੰ ਲਿਆਉਣ ਦਾ। ਤੇ ਅੱਜ ਤੁਸੀਂ ਜਦ ਪੁਰਾਣਾ ਆਪਣਾ ਟਾਈਮ ਸੋਚਦੇ ਹੋ, ਜਦੋਂ ਤੁਸੀਂ ਸ਼ੁਰੂਆਤ ਕੀਤੀ ਤੇ ਹੁਣ ਤੱਕ ਕਿਸ ਤਰ੍ਹਾਂ ਦੀ ਪ੍ਰੋਫੈਸ਼ਨਲ ਲਾਈਫ ਨੂੰ ਤੁਸੀਂ ਦੇਖਦੇ ਹੋ ਆਪਣੀ? ਬਹੁਤ ਸੈਟਿਸਫੈਕਸ਼ਨ ਮਿਲਦੀ ਹੈ। ਜਿੱਥੋਂ ਸ਼ੁਰੂਆਤ ਕੀਤੀ ਸੀ ਇੱਕ ਜਮਾਇਆ ਬਿਜ਼ਨਸ ਸੀ, ਬਟ ਉਹਦੇ 'ਚ ਇੰਨੀ ਸੈਟਿਸਫੈਕਸ਼ਨ ਨਹੀਂ ਸੀ। ਹੁਣ ਜਿਹੜਾ ਮੈਂ ਕੰਮ ਕਰ ਰਿਹਾ ਆਈ ਫੀਲ ਵੈਰੀ ਸੈਟਿਸਫਾਈਡ, ਕਿਉਂਕਿ ਇਹ ਮੈਂ ਆਪਣੇ ਆਪ ਕੀਤਾ ਹੈ, ਆਪਣੇ ਆਪ ਉਹਨੂੰ ਇਸਟੈਬਲਿਸ਼ ਕੀਤਾ ਐਂਡ ਗੋਡ ਹੈਜ਼ ਬੀਨ ਵੈਰੀ ਕਾਈਂਡ। ਤੇ ਕਾਫੀ ਅੱਛਾ ਹੋ ਰਿਹਾ ਉਹਦੇ 'ਚ। ਅਪਸ ਐਂਡ ਡਾਊਨਸ ਕਿਸ ਤਰ੍ਹਾਂ ਦੇ ਰਹੇ? ਫਿਰ ਉਸ ਵਕਤ ਤੁਹਾਡਾ ਐਟੀਟਿਊਡ ਕੀ ਰਿਹਾ, ਕਿਸ ਤਰ੍ਹਾਂ ਸੰਭਾਲਿਆ? ਅਪਸ ਐਂਡ ਡਾਊਨਸ ਆਏ ਜੀ, ਕਿਉਂਕਿ ਇਹੋ ਜਿਹਾ ਕੰਮ ਸੀਗਾ, ਇਹੋ ਜਿਹੀ ਮਸ਼ੀਨਸ ਹੈਗੀਆਂ ਨੇ ਜਿਹੜੀਆਂ ਕਿ ਇਟ ਇਜ਼ ਨਾਟ ਵੈਲ ਪਬਲਿਸਾਈਜ਼ਡ। ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਵੀ ਮਸ਼ੀਨ ਹੁੰਦੀਆਂ ਨੇ। ਸ਼ੁਰੂ ਵਿੱਚ ਕਾਫੀ ਰਿਜੈਕਸ਼ਨਸ ਵੀ ਹੋਈਆਂ ਤੇ ਕਸਟਮਰ ਨੂੰ ਲੱਗਦਾ ਸੀ ਯਾਰ ਇਹ ਕਿਹੜੀ ਚੀਜ਼ ਆ ਗਈ ਹੈ, ਤੇ ਉਹਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਸੀ। ਸੋ ਰਿਜੈਕਸ਼ਨ ਰੇਟ ਵਾਜ਼ ਵੈਰੀ ਹਾਈ। ਤੇ ਕਿਸੇ ਕਸਟਮਰ ਕੋਲ ਜਾਈਦਾ ਸੀ ਤੇ ਉਹ ਕਹਿੰਦਾ ਨਹੀਂ ਹਮ ਸੁਣਾ ਹੀ ਨਹੀਂ ਇਹ ਚੀਜ਼ ਕਿਆ ਹੈ। ਤੇ ਫਿਰ ਹੌਲੀ ਬਟ ਆਈ ਕੈਪਟ ਔਨ ਬਿਲੀਵਿੰਗ ਮਾਈ ਸੈਲਫ ਕਿ ਨਹੀਂ ਮੈਂ ਕਰ ਸਕਣਾ ਤੇ ਕੁਝ ਕਰਨਾ ਹੈ। ਤੇ ਇਸ 'ਤੇ ਫਿਰ ਕੁਝ ਫੈਮਿਲੀ ਸਪੋਰਟ ਮਿਲਿਆ, ਕੁਝ ਫਰੈਂਡਸ ਦਾ ਸਪੋਰਟ ਮਿਲਿਆ ਤੇ ਇਸ ਤਰ੍ਹਾਂ ਧੀਰੇ ਫਿਰ ਕੰਮ ਅੱਗੇ ਵੱਧ ਪਿਆ। ਸਕਸੈਸ ਆਫ ਮੰਤਰਾ ਕੀ ਹੈ ਤੁਹਾਡਾ? ਸਕਸੈਸ ਆਫ ਮੰਤਰਾ ਇਜ਼ ਕਿ ਕੀਪ ਔਨ ਵਰਕਿੰਗ ਹਾਰਡ, ਗੋਡ ਵਿਲ ਲਿਸਨ ਟੂ ਯੂ। ਤੁਹਾਡੀ ਜ਼ਰੂਰ ਪ੍ਰੇ ਪੂਰੀ ਕਰੇਗਾ। ਬਸ ਯੂ ਹੈਵ ਟੂ ਕੀਪ ਵਰਕਿੰਗ ਹਾਰਡ। ਔਰ ਸਪੋਰਟ, ਜਿਸ ਤਰ੍ਹਾਂ ਤੁਸੀਂ ਕਿਹਾ ਤੁਹਾਨੂੰ ਕਾਫੀ ਸਪੋਰਟ ਮਿਲਿਆ, ਤੇ ਸ਼ਾਇਦ ਪਰਸਨਲ ਲਾਈਫ ਦਾ ਸਪੋਰਟ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਵੀ ਐਂਟਰਪ੍ਰੀਨਿਓਰ ਨੂੰ ਸਫਲ ਹੋਣ ਵਾਸਤੇ। ਹਾਂਜੀ, ਪਰਸਨਲ ਲਾਈਫ ਵਿੱਚ ਫੈਮਿਲੀ ਦਾ ਸਪੋਰਟ ਬਹੁਤ ਜ਼ਰੂਰੀ ਹੁੰਦਾ ਹੈ। ਇਹ ਮੈਨੂੰ ਪਤਾ ਚੱਲਿਆ ਜਦ ਮੈਂ ਸ਼ਾਮੀ ਆਉਂਦਾ ਸੀ, ਘਰ ਆਉਂਦਾ ਸੀ, ਅੱਜ ਬਿਜ਼ਨਸ ਨਹੀਂ ਠੀਕ ਹੋਇਆ ਜਾਂ ਕੋਈ ਨੁਕਸਾਨ ਹੋ ਗਿਆ। ਸੋ ਵੈਨ ਯੂ ਟਾਕ ਟੂ ਯੋਰ ਚਾਈਲਡ, ਵੈਨ ਯੂ ਟਾਕ ਟੂ ਯੋਰ ਵਾਈਫ, ਪੇਰੈਂਟਸ ਨਾਲ ਗੱਲ ਕਰੋ ਤੇ ਵੀ ਬਹੁਤ ਵੱਡਾ ਇੱਕ ਉਹ ਸਪੋਰਟ ਪੁਆਇੰਟ ਹੁੰਦਾ ਹੈ। ਯੂ ਡੋਂਟ ਫੀਲ ਅਲੋਨ। ਦੈਨ ਨੈਚੁਰਲੀ ਉਹ ਨਾਲੇ ਉਹਨਾਂ ਦਾ ਪਿਆਰ, ਉਹਨਾਂ ਦਾ ਫਿਰ ਇਨਕਰੇਜਮੈਂਟ, ਉਹ ਸਾਰਾ ਕੁਝ ਹੈਲਪ ਕਰਦਾ।
ਤੇ ਅੱਜ ਤੋਂ ਜਦੋਂ ਤੁਸੀਂ ਆਪਣੀ ਪ੍ਰੋਫੈਸ਼ਨਲ ਲਾਈਫ ਦੀ ਸ਼ੁਰੂਆਤ ਕੀਤੀ, ਖਾਸ ਕਰਕੇ ਜਦੋਂ ਤੁਸੀਂ ਆਪਣੇ ਆਈਡੀਆ ਨੂੰ ਇੰਪਲੀਮੈਂਟ ਕਰਨ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ, ਤੇ ਅਗਰ ਅੱਜ ਤੁਸੀਂ ਉਸ ਟਾਈਮ ਨੂੰ ਦੇਖਦੇ ਹੋ, ਤੁਹਾਨੂੰ ਕੁਝ ਐਸਾ ਲੱਗਦਾ ਹੈ ਕਿ ਉਸ ਟਾਈਮ ਮੈਂ ਇਹ ਕੀਤਾ ਹੁੰਦਾ ਤੇ ਸ਼ਾਇਦ ਹੋਰ ਜ਼ਿਆਦਾ ਸਹੀ ਹੁੰਦਾ? ਹਰ ਕਿਸੇ ਦੀ ਲਾਈਫ 'ਚ ਜ਼ਰੂਰ ਇਹ ਹੁੰਦਾ ਹੈ ਕਿ ਥੋੜਾ ਪਿੱਛੇ ਜਾ ਕੇ ਅਸੀਂ ਦੇਖਦੇ ਹਾਂ ਕਿ ਹਾਈ ਉਦੋਂ ਮੈਂ ਇਹ ਕਰ ਲਿਆ ਹੁੰਦਾ। ਕਿ ਤੁਹਾਡਾ ਕੁਝ, ਤੁਹਾਨੂੰ ਵੀ ਹੈ ਕੁਝ ਐਸਾ ਪੁਆਇੰਟ ਹੈ ਕੋਈ? ਨਹੀਂ ਜੀ, ਨੋ ਰਿਗਰੈਟਸ ਲਾਈਕ ਦੈਟ, ਕਿਉਂਕਿ ਮੈਂ ਜੋ ਵੀ ਕੀਤਾ ਹੈ ਆਪਣੇ ਦਮ ਤੇ ਕੀਤਾ ਹੈ ਤੇ ਆਫ ਕੋਰਸ ਕਾਫੀ ਲੋ ਪੁਆਇੰਟਸ ਆਏ ਲਾਈਫ ਵਿੱਚ, ਜਦ ਪਰ ਲੱਗਿਆ ਕਿ ਨਹੀਂ ਯਾਰ ਇਹ ਕੰਮ ਛੱਡ ਦੇਣਾ ਚਾਹੀਦਾ ਹੈ। ਬਟ ਯੂ ਨੋ ਐਜ਼ ਦੇ ਸੇ ਕਿ ਜੇ ਤੁਸੀਂ ਆਪਣੇ ਪ੍ਰੋਫੈਸ਼ਨ ਵੱਲ ਜਾਂ ਹਾਰਡ ਵਰਕਿੰਗ ਹੈਗੇ ਹੋ ਜਾਂ ਟਰੂ ਟੂ ਯੋਰ ਸੈਲਫ ਹੈਗੇ ਹੋ, ਤੇ ਰੱਬ ਵੀ ਤੁਹਾਡੇ ਵੱਲ ਕਰਦਾ ਉਹਨੂੰ ਸਪੋਰਟ ਤੁਹਾਨੂੰ। ਬਟ ਸਮਥਿੰਗ ਕੈਪਟ ਔਨ ਸੇਇੰਗ ਕਿ ਨਹੀਂ ਕਰੋ ਕਰੋ, ਟਰਾਈ ਕਰੋ, ਹੋਏਗਾ, ਤੇ ਇਟ ਹੈਪਨਡ। ਤੇ ਜੋ ਤੁਸੀਂ ਸ਼ੁਰੂਆਤ ਕੀਤੀ, ਤੁਹਾਡਾ ਵਿਜ਼ਨ ਕੀ ਸੀ ਤੇ ਉੱਥੇ ਤੱਕ ਤੁਸੀਂ ਪਹੁੰਚ ਗਏ ਹੋ ਜਾਂ ਹਾਲੇ ਹੋਰ ਵੀ ਹੈ ਅੱਗੇ ਜਰਨੀ? ਕੁਝ ਅਚੀਵ ਹੋ ਗਿਆ ਜੀ, ਹੋਰ ਕੁਝ ਅਚੀਵ ਕਰਨਾ ਹੈ। ਹੋਰ ਵੀ ਕਿਸੇ ਤਰ੍ਹਾਂ ਨਾਲ ਸੁਸਾਇਟੀ ਨੂੰ ਦੇ ਸਕੀਏ, ਆਪਣੀ ਸਿੱਖ ਕਮਿਊਨਿਟੀ ਨੂੰ ਅੱਗੇ ਹੋਰ ਵਧਾ ਸਕੀਏ। ਆਈ ਐਮ ਵਰਕਿੰਗ ਔਨ ਇਟ, ਤੇ ਦੇਖੋ ਕਦ ਤੱਕ ਸਕਸੈਸ ਹਾਂ, ਇਸ ਮੈਂ ਇਸੇ ਪੁਆਇੰਟ ਤੇ ਆਉਣ ਵਾਲੀ ਸੀ ਕਿ ਆਪਣੀ ਕਮਿਊਨਿਟੀ ਵਾਸਤੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਕੀ ਕਰ ਸਕਦੇ ਹੋ ਤੁਸੀਂ ਔਰ ਕੀ ਹੋਣਾ ਚਾਹੀਦਾ ਹੈ? ਦੇਖੋ ਜੀ, ਹਰ ਕਮਿਊਨਿਟੀ ਇਜ਼ ਨਾਟ ਪਰਫੈਕਟ। ਹਰ ਇੱਕ ਕਮਿਊਨਿਟੀ ਵਿੱਚ ਕਈ ਨੈਗੇਟਿਵ ਪੁਆਇੰਟਸ ਹੁੰਦੇ ਨੇ, ਕਈ ਅਪਲਿਫਟਮੈਂਟ ਦੀ ਜ਼ਰੂਰਤ ਹੁੰਦੀ ਹੈ, ਇੰਪਰੂਵਮੈਂਟ ਦੀ ਜ਼ਰੂਰਤ ਹੁੰਦੀ ਹੈ। ਤੇ ਮੈਂ ਵੀ ਸੋਚਣਾ ਕਿ ਜਿੰਨਾ ਮੈਂ ਕਰ ਰਿਹਾ ਉਸ ਤੋਂ ਹੋਰ ਬੈਟਰ ਕਰਾਂ। ਤੇ ਆਈ ਆਲਵੇਜ਼ ਗੋ ਟੂ ਗੁਰਦੁਆਰਾ, ਡੂ ਲੰਗਰ ਸੇਵਾ, ਐਵਰੀਥਿੰਗ। ਆਈ ਸਪੋਰਟ ਦੈਮ ਫਾਈਨੈਂਸ਼ਲੀ ਵੀ, ਸਭ ਕੁਝ ਕਰਨੇ ਆ। ਹੋਰ ਜਦ ਸਾਡੇ ਗੁਰਪੁਰਬ ਹੁੰਦੇ ਨੇ ਉੱਥੇ ਲੰਗਰ ਸਟਾਲ ਲਗਾ ਕੇ ਕਰਨੇ ਆ। ਹੋਰ ਕੋਈ ਵੀ ਜ਼ਰੂਰਤਮੰਦ ਸਿੱਖ ਐਂਟਰਪ੍ਰੇਨਿਓਰ ਮਿਲਦਾ ਜਿਹੜਾ ਕਿ ਜਿਹਨੂੰ ਪੈਸਿਆਂ ਦੀ ਲੋੜ ਹੈ ਜਾਂ ਵੈਸੇ ਕਿ ਉਹਨੂੰ ਕੋਈ ਮਦਦ ਦੀ ਲੋੜ ਹੈ, ਤੇ ਕੋਸ਼ਿਸ਼ ਕਰੀਦੀ ਹੈ ਕਿ ਆਪਣੀ ਤਰਫੋਂ ਪੂਰੀ ਸੇਵਾ ਕਰੀਏ। ਤੇ ਤੁਹਾਡੀ ਪ੍ਰਾਇੋਰਟੀਜ਼ ਕਿਸ ਤਰ੍ਹਾਂ ਬਦਲੀਆਂ ਨੇ? ਬਸ ਵਿਦ ਏਜ ਤੇ ਜਦ ਦੇਖਿਆ ਕਿ ਸਭ ਕੁਝ ਮੈਂ ਆਪਣੇ ਹੱਥ ਕੀਤਾ, ਤੇ ਆਈ ਰਿਅਲਾਈਜ਼ ਕਿ ਕੰਮ ਕਰਨਾ, ਕਿਉਂਕਿ ਆਈ ਕੇਮ ਫਰੋਮ ਅ ਬਿਜ਼ਨਸ ਫੈਮਿਲੀ, ਤੇ ਇਸ ਤਰ੍ਹਾਂ ਦਾ ਕਦੀ ਸਟਰਗਲ ਦੇਖਿਆ ਨਹੀਂ। ਫਾਦਰ ਵਾਸ ਵੈਰੀ ਸਕਸੈਸਫੁਲ, ਤੇ ਜਦ ਆਪਣੇ ਆਪ ਕੰਮ ਕੀਤਾ, ਸਟਰਗਲ ਦੇਖੀ ਕਿਸ ਤਰ੍ਹਾਂ ਪੈਸਾ ਕਮਾਇਆ ਜਾਂਦਾ ਹੈ, ਕੀ ਕਰਤੇ ਹੁੰਦਾ ਹੈ, ਤੇ ਸੋਚਿਆ ਕਿ ਨਹੀਂ, ਮੈਨੂੰ ਵੀ ਕੁਝ ਕਰਨਾ ਚਾਹੀਦਾ ਹੈ। ਬੜੇ ਸਿੱਖ ਬਿਜ਼ਨਸਮੈਨ ਨੇ ਜਿਨ੍ਹਾਂ ਨੂੰ ਸਪੋਰਟ ਦੀ ਲੋੜ ਹੈ, ਫਾਈਨੈਂਸ਼ਲੀ, ਇਮੋਸ਼ਨਲੀ, ਤੇ ਵੈਸੇ ਵੀ, ਤੇ ਸੋਚਿਆ ਕਿ ਨਹੀਂ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸਿਆ ਤੁਹਾਡੇ ਫਾਦਰ ਸਕਸੈਸਫੁਲ ਸੀ ਆਪਣੇ ਕੰਮ 'ਚ, ਠੀਕ ਹੈ, ਲੇਕਿਨ ਤੁਸੀਂ, ਤੁਹਾਡਾ ਆਈਡੀਆ ਅਲੱਗ ਸੀ, ਤੁਸੀਂ ਆਪਣਾ ਕੰਮ ਅਲੱਗ ਸ਼ੁਰੂ ਕੀਤਾ। ਤੇ ਉਸ ਟਾਈਮ ਜੋ ਫਾਦਰ ਦੀ ਸਕਸੈਸ ਸੀ, ਉਹਨੂੰ ਕਿਸ ਤਰ੍ਹਾਂ ਦੇਖਦੇ ਸੀ ਤੁਸੀਂ ਕਿ ਮੈਂ ਵੀ ਇੰਨਾ ਸਕਸੈਸਫੁਲ ਹੋਣਾ ਹੈ, ਜਾਂ ਕਦੇ ਉਹ ਪ੍ਰੈਸ਼ਰ ਰਹਿੰਦਾ ਸੀਗਾ? ਪ੍ਰੈਸ਼ਰ ਰਹਿੰਦਾ ਸੀ ਜੀ, ਪਰ ਉਹਨਾਂ ਨੇ ਕਦੀ ਫੀਲ ਨਹੀਂ ਹੋਣ ਦਿੱਤਾ। ਬਟ ਯੈਸ, ਮੈਨੂੰ ਸੀਗਾ ਕਿ ਜਿਸ ਤਰ੍ਹਾਂ ਮੇਰੇ ਫਾਦਰ ਨੇ, ਉਹ ਹੀ ਵਾਜ਼ ਆਲਸੋ ਅ ਸੈਲਫ ਮੇਡ ਮੈਨ, ਤੇ ਉਹਨਾਂ ਨੇ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਕੇ ਦਿਖਾਇਆ, ਤੇ ਮੈਨੂੰ ਵੀ ਸੀਗਾ ਕਿ ਮੈਂ ਵੀ ਕੁਝ ਕਰਾਂ। ਤੇ ਉਹਦੇ ਵਾਸਤੇ ਮੈਂ ਫਿਰ ਇਹ ਕੀਤਾ ਕਿ ਨਹੀਂ, ਇਹ ਕੰਮ ਕਰਨਾ ਚਾਹੀਦਾ ਜਿਹਦੇ 'ਚ ਮੈਂ ਸਕਸੈਸ ਹੋ ਸਕਣਾ। ਸੋ ਆਈ ਹੈਡ ਅ ਸੈਲਫ ਬਿਲੀਫ ਕਿ ਨਹੀਂ, ਮੈਂ ਕਰ ਸਕਣਾ, ਤੇ ਮੇਰੀ ਫੈਮਿਲੀ ਦਾ ਸਪੋਰਟ ਮਿਲਿਆ, ਤੇ ਆਈ ਡਿਡ ਦੈਟ। ਅੱਛਾ, ਜਦ ਤੁਸੀਂ ਆਪਣੇ EMPLOYEES ਨੂੰ ਚੂਜ਼ ਕਰਦੇ ਹੋ ਤਾਂ ਕੀ ਪ੍ਰਾਇੋਰਟੀ ਹੁੰਦੀ ਹੈ ਤੁਹਾਡੀ? ਮੇਰੀ ਪ੍ਰਾਇੋਰਟੀ ਹੁੰਦੀ ਹੈ ਜੀ ਕਿ ਇਮਾਨਦਾਰ ਹੋਏ, ਤੇ ਬਿਕੋਜ਼ ਆਈ ਪੇ ਦਮ ਵੈਰੀ ਵੈਲ, ਇਮਾਨਦਾਰ ਹੋਏ, ਡੈਡੀਕੇਟਿਡ ਹੋਏ, ਹਾਰਡ ਵਰਕਿੰਗ ਹੋਏ, ਤੇ ਕਸਟਮਰ ਨੂੰ ਪੂਰੀ, ਕਿਉਂਕਿ ਸਾਡੀ ਇੱਕ ਸਰਵਿਸ ਇੰਡਸਟਰੀ 'ਚ ਮੈਂ ਆਉਣਾ, ਤੇ ਕਸਟਮਰ ਨੂੰ ਪੂਰਾ ਉਹ ਸੈਟਿਸਫਾਈ ਕਰੇ, ਤੇ ਬਸ ਇਹੀ ਕੁਆਲਿਟੀਜ਼ ਦੇਣੀਆਂ। ਤੇ ਜਿਹੜੇ ਹੁਣ ਸਿੱਖ ਐਂਟਰਪ੍ਰੇਨਿਓਰਸ ਬਣਨਾ ਚਾਹੁੰਦੇ ਨੇ, ਤੇ ਉਹਨਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੋਗੇ ਆਪਣੀ ਜਰਨੀ ਤੋਂ, ਜੋ ਤੁਸੀਂ ਸਿੱਖਿਆ, ਜੋ ਤੁਹਾਨੂੰ ਤੁਹਾਡੇ ਐਕਸਪੀਰੀਅੰਸ ਹੋਏ, ਆਪਣੇ ਐਕਸਪੀਰੀਅੰਸ ਦੇ ਬੇਸ ਤੇ ਕੁਝ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਮੈਸੇਜ ਇਹ ਹੈ ਜੀ ਕਿ ਫॉर द ਸਿੱਖ ਐਂਟਰਪ੍ਰੇਨਿਓਰਸ ਔਰ ਯੰਗ ਐਂਟਰਪ੍ਰੇਨਿਓਰਸ, ਕਿ ਕੀਪ ਵਰਕਿੰਗ ਹਾਰਡ, ਬੀ ਓਨੈਸਟ ਟੂ ਯੋਰ ਸੈਲਫ ਐਂਡ ਯੋਰ ਪ੍ਰੋਫੈਸ਼ਨ। ਕਦੀ ਵੀ ਗਲਤ ਕੰਮ ਨਾ ਕਰੋ, ਠੀਕ ਹੈ। ਔਨ ਦਿਸ ਪਾਥ ਬੜੀ ਅਪਸ ਐਂਡ ਡਾਊਨਸ ਆਉਂਦੇ ਨੇ, ਲੇਕਿਨ ਹਾਰਡ ਵਰਕ ਨੂੰ ਕਦੀ ਵੀ ਰਿਪਲੇਸ ਨਹੀਂ ਕਰ ਸਕਦੇ, ਤੇ ਇੱਕ ਦਿਨ ਜ਼ਰੂਰ ਪੇ ਕਰਦਾ ਹੈ। ਤੇ ਆਪਾਂ ਜਦ ਸਿੱਖ ਦੀ ਗੱਲ ਹੁੰਦੀ ਹੈ ਤੇ ਗੁਰਬਾਣੀ ਜ਼ਰੂਰ ਦਿਮਾਗ 'ਚ ਆਉਂਦੀ ਹੈ। ਗੁਰਬਾਣੀ 'ਚ ਤੁਹਾਨੂੰ ਲੱਗਦਾ ਹੈ ਕਿ ਹਰ ਸਿੱਖ ਦੇ, ਮੈਨੂੰ ਲੱਗਦਾ ਇੱਕ ਸਟਰੈਂਥ ਜ਼ਰੂਰ ਹੁੰਦੀ ਹੈ ਗੁਰਬਾਣੀ, ਤੇ ਤੁਸੀਂ ਕੁਝ ਖਾਸ ਐਸਾ ਸ਼ਬਦ ਹੈ ਤੁਹਾਡੇ ਇੱਕਦਮ ਧਿਆਨ 'ਚ ਆਉਂਦਾ ਹੋਵੇ ਜਾਂ ਤੁਹਾਨੂੰ ਜ਼ਰੂਰਤ ਪੈਂਦੀ ਹੋਵੇ? ਵੈਸੇ ਤਾਂ ਦੇਖੋ ਜੀ, ਪੂਰੀ ਗੁਰਬਾਣੀ ਵਿੱਚ ਪੋਜ਼ਿਟਿਵਨੈਸ ਹੈ, ਤੇ ਹਰ ਇੱਕ ਸਿੱਖ ਨੂੰ ਇਨਕਰੇਜਮੈਂਟ, ਜੋ ਵੀ ਗੁਰਬਾਣੀ ਪੜ੍ਹੇ ਨਾ, ਸਿੱਖ ਕੋਈ ਹੋਰ ਵੀ ਰਿਲੀਜਨ ਦਾ ਪੜ੍ਹੇ,
ਤੇ ਪੋਜ਼ਿਟਿਵਨੈਸ ਮਿਲਦੀ ਹੈ। ਲੇਕਿਨ ਇਸ ਟਾਈਮ ਮੈਨੂੰ ਇੱਕ ਸ਼ਬਦ ਯਾਦ ਆ ਰਿਹਾ ਜਿਹੜਾ ਕਿ ਅਸੀਂ ਰੋਜ਼ ਸ਼ਾਮੀ ਗੁਰਦੁਆਰਾ ਸਾਹਿਬ ਵਿੱਚ ਆਰਤੀ ਤੋਂ ਬਾਅਦ ਪੜ੍ਹੀਦਾ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਪੂਰੇ ਤੁਮਰੇ ਕਾਜ ਸਵਾਰੇ। ਇਟ ਮੀਨਸ ਕਿ ਜਦ ਵੀ ਤੁਸੀਂ ਲੋ ਤੁਹਾਨੂੰ ਫੀਲ ਹੋਏ ਜਾਂ ਤੁਹਾਨੂੰ ਕੁਝ ਲੱਗ ਰਿਹਾ ਹੋਏ, ਤੁਸੀਂ ਹੈਵ ਪੇਸ਼ੈਂਸ ਇਨ ਗੋਡ, ਤੁਹਾਡੇ ਸਾਰੇ ਕਾਜ ਉਹ ਆਪਣੇ ਆਪ ਸਵਾਰੇਗਾ। ਬਟ ਤੁਹਾਨੂੰ ਉਹਦੇ 'ਚ ਵਿਸ਼ਵਾਸ ਤੇ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਹੈ। ਉਹ ਸਾਰੇ ਕਾਜ ਤੁਹਾਡੇ ਜਿਹੜੇ ਸਾਰੇ ਕੰਮ ਨੇ ਉਹ ਸਵਰ ਜਾਣਗੇ। ਦਿਸ ਇਜ਼ ਠੀਕ। ਅਮਰਦੀਪ ਜੀ, ਸਾਡੇ ਵੱਲੋਂ ਬਹੁਤ-ਬਹੁਤ ਬੈਸਟ ਵਿਸ਼ੇਸ ਫॉर ਮੋਰ ਸਕਸੈਸ ਇਨ ਯੂਅਰ ਪ੍ਰੋਫੈਸ਼ਨਲ ਜਰਨੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਫॉर ਕਾਲਿੰਗ ਮੀ। ਸਤਿ ਸ਼੍ਰੀ ਅਕਾਲ ਜੀ। ਮੈਂ ਧੰਨਵਾਦ ਕਰਨਾ ਚਾਹੁੰਦਾ ਗਲੋਬਲ ਮਿਡਾਸ ਫਾਊਂਡੇਸ਼ਨ ਸਰਦਾਰ ਇੰਦਰਪ੍ਰੀਤ ਸਿੰਘ ਜੀ ਨੂੰ, ਜਿਨ੍ਹਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ ਤੇ ਆਈ ਵਿਸ਼ ਹਿਮ ਆਲ ਦ ਬੈਸਟ। ਤੇ ਜਿਸ ਤਰ੍ਹਾਂ ਮੈਂ ਉਹਨਾਂ ਦੀ ਕੋਈ ਹੈਲਪ ਕਰ ਸਕਦਾ ਜਾਂ ਕੋਈ ਚੀਜ਼ਾਂ ਕਰ ਸਕਦਾ ਤੇ ਹੀ ਇਜ਼ ਮੋਸਟ ਵੈਲਕਮ। ਆਈ ਐਮ ਅ ਮੈਂਬਰ ਆਫ WSCC ਵਰਲਡ ਸਿੱਖ ਚੈਂਬਰ ਆਫ ਕਾਮਰਸ ਤੇ ਇਹ ਬਹੁਤ ਅੱਛਾ ਉਪਰਾਲਾ ਡਾਕਟਰ ਪਰਮੀਤ ਸਿੰਘ ਚੱਡਾ ਜੀ ਨੇ, ਹੀ ਇਜ਼ ਦੀ ਫਾਊਂਡਰ ਮੈਂਬਰ ਐਂਡ ਹੀ ਇਜ਼ ਦੀ ਕਰੰਟ ਪ੍ਰੈਜ਼ੀਡੈਂਟ। ਉਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ to bring all Sikh entrepreneurs and businessmen under one platform where we can grow together as a community। ਤੇ ਮੈਂ ਤੁਹਾਡੇ ਚੈਨਲ ਤੋਂ ਦੇ ਰਾਹੀਂ ਅਪੀਲ ਕਰਨਾ ਚਾਹਾਂਗਾ ਜਿੰਨੇ ਵੀ ਸਿੱਖ ਬਿਜ਼ਨਸਮੈਨ ਨੇ, ਐਂਟਰਪ੍ਰੈਨਿਓਰ ਨੇ ਜਾਂ ਸਿੱਖ ਸਾਡੇ ਭੈਣਾਂ ਨੇ, ਉਹਨਾਂ ਨੂੰ ਕਿ ਇਹ ਪਲੇਟਫਾਰਮ ਜੁਆਇਨ ਕਰੋ ਤੇ ਵਿਦਨ ਕਮਿਊਨਿਟੀ ਆਪਣੇ ਆਪ ਨੂੰ ਗਰੋ ਕਰੋ ਤੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰੋ, ਉਹਨਾਂ ਨੂੰ ਗਰੋ ਕਰੋ। ਧੰਨਵਾਦ ਜੀ।